ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਪਰਮ ਸਤਿਕਾਰਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹਾਂ। ਸਤਿਗੁਰੂ ਜੀ ਦੀ ਮੁਬਾਰਕ ਗੋਦ ਅੰਦਰ ਬੈਠ ਕੇ ਇਤਿਹਾਸ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਕੱਲ੍ਹ ਆਪਾਂ ਇੱਥੋਂ ਤੱਕ ਇਤਿਹਾਸ ਨੂੰ ਵਿਚਾਰਿਆ ਸੀ। ਹੀਰਾ ਸਿਉ ਡੋਗਰੇ ਦੇ ਵੱਲੋਂ ਲਾਭ ਸਿਉ ਅਤੇ ਸੋਹਣ ਸਿਉ ਨੂੰ ਬਾਬਾ ਵੀਰ ਸਿੰਘ ਨਰੰਗਾਬਾਦ ਵਾਲੇ ਇਹਨਾਂ ਦੇ ਡੇਰੇ ਦੇ ਉੱਪਰ ਜੋ ਕਸ਼ਮੀਰਾ ਸਿੰਘ ਅਤੇ ਆਤਰ ਸਿੰਘ ਸੰਧਾ ਵਾਲੀਏ ਰਹਿੰਦੇ ਹਨ, ਇਹਨਾਂ ਨੂੰ ਖਤਮ ਕਰਨ ਦੇ ਲਈ ਲਾਭ ਸਿਉ ਅਤੇ ਸੋਹਣ ਸਿਉ ਦੀ ਅਗਵਾਈ ਦੇ ਵਿੱਚ ਫੌਜ ਭੇਜੀ ਜਾਂਦੀ ਹੈ। ਉੱਥੇ ਇੱਕ ਜੰਗ ਹੁੰਦੀ ਹੈ। ਇਸ ਜੰਗ ਦੇ ਦੌਰਾਨ ਕਸ਼ਮੀਰਾ ਸਿੰਘ ਆਤਰ ਸਿੰਘ ਸੰਧਾ ਵਾਲੀਆ ਇਹ ਮਾਰੇ ਜਾਂਦੇ ਹਨ। ਇਹਨਾਂ ਦੇ ਸਿਰ ਵੱਢ ਕੇ ਹੀਰਾ ਸਿਉ ਦੇ ਸਾਹਮਣੇ ਪੇਸ਼ ਕੀਤੇ ਜਾਂਦੇ ਹਨ। ਇਸ ਤੋਂ ਬਾਅਦ ਸਤਿਕਾਰਯੋਗ ਮਾਤਾ ਜਿੰਦ ਕੌਰ ਨੂੰ ਜਲੀਲ ਕੀਤਾ ਜਾਂਦਾ ਹੈ। ਹੀਰਾ ਸਿਉ ਡੋਗਰੇ ਅਤੇ ਇਸ ਦੇ ਸਲਾਹਕਾਰ ਜੋ ਖਜ਼ਾਨਾ ਮੰਤਰੀ ਹੈ ਪੰਡਿਤ ਜ਼ਿਲ੍ਹਾ, ਮਾਤਾ ਜਿੰਦ ਕੌਰ ਸਿੱਖ ਸਰਦਾਰਾਂ ਦੇ ਕੋਲ ਜਿਹੋ ਜਿਹਾ ਵਿਵਹਾਰ ਉਸ ਦੇ ਨਾਲ ਕੀਤਾ ਜਾ ਰਿਹਾ ਉਸ ਨੂੰ ਬਿਆਨ ਕਰਦੀ ਹੈ ਅਤੇ ਇੱਕ ਫੈਸਲਾ ਲਿਆ ਜਾਂਦਾ ਹੈ, ਹੀਰਾ ਸਿਉ ਡੋਗਰੇ ਨੂੰ ਖਤਮ ਕੀਤਾ ਜਾਵੇ। ਜਦੋਂ ਹੀਰਾ ਸਿਉ ਡੋਗਰੇ ਨੂੰ ਪਤਾ ਚੱਲਦਾ ਹੈ ਕਿ ਮੇਰਾ ਕਤਲ ਹੋ ਸਕਦਾ, ਉਹ ਲਾਹੌਰ ਦਰਬਾਰ ਦੇ ਸਾਰੇ ਖਜ਼ਾਨੇ ਨੂੰ ਹਾਥੀਆਂ ਦੇ ਉੱਪਰ ਲੱਦ ਕੇ ਜੰਮੂ ਦੇ ਵੱਲ ਚਲਿਆ ਜਾਂਦਾ ਹੈ। ਸਿੱਖ ਸਰਦਾਰਾਂ ਨੂੰ ਪਤਾ ਚੱਲਦਾ, ਉਹ ਰਸਤੇ ਦੇ ਵਿੱਚ ਘੇਰ ਲੈਂਦੇ ਹਨ। ਇੱਕ ਜੰਗ ਹੁੰਦੀ ਹੈ। ਇਸ ਜੰਗ ਦੇ ਦੌਰਾਨ ਪੰਡਿਤ ਜ਼ਿਲ੍ਹਾ ਅਤੇ ਹੀਰਾ ਸਿਉ ਡੋਗਰੇ ਦਾ ਕਤਲ ਕਰਕੇ ਇਹਨਾਂ ਦੇ ਸਿਰ ਵੱਢ ਲਏ ਜਾਂਦੇ ਹਨ। ਇਹ ਸਿਰ ਲਾਹੌਰ ਦਰਬਾਰ ਦੇ ਵਿੱਚ ਪੇਸ਼ ਕੀਤੇ ਜਾਂਦੇ ਹਨ ਅਤੇ ਜੋ ਧਨ ਦੌਲਤ ਲੁੱਟ ਕੇ ਲਿਜਾ ਰਹੇ ਸੀ ਉਹ ਹਾਥੀ ਵੀ ਪਕੜ ਕੇ ਲਾਹੌਰ ਦਰਬਾਰ ਦੇ ਵਿੱਚ ਲਿਆਂਦੇ ਜਾਂਦੇ ਹਨ। ਇੱਥੋਂ ਤੱਕ ਆਪਾਂ ਇਤਿਹਾਸ ਨੂੰ ਵਿਚਾਰਿਆ ਸੀ। ਅਗਲੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਜਦੋਂ ਹੀਰਾ ਸਿਉ ਡੋਗਰੇ ਦਾ ਕਤਲ ਹੋ ਗਿਆ, ਇਸ ਦੇ ਸਲਾਹਕਾਰ ਜਾਂ ਖਜ਼ਾਨਾ ਮੰਤਰੀ ਪੰਡਿਤ ਜ਼ਿਲ੍ਹੇ ਦਾ ਵੀ ਕਤਲ ਹੋ ਗਿਆ। ਹੁਣ ਲਾਹੌਰ ਦਰਬਾਰ ਦੇ ਵਿੱਚ ਮੁੱਖ ਮੰਤਰੀ ਦੇ ਅਹੁਦੇ 'ਤੇ ਕੋਈ ਨਹੀਂ। ਹੁਣ ਜਦੋਂ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਆ ਲਾਹੌਰ ਦਰਬਾਰ ਦੇ ਵਿੱਚ, ਜੇਕਰ ਕੋਈ ਬਾਦਸ਼ਾਹ ਬਣਦਾ ਉਹਦਾ ਵੀ ਕਤਲ ਕਰ ਦਿੱਤਾ ਜਾਂਦਾ ਹੈ, ਜੇਕਰ ਕੋਈ ਮੁੱਖ ਮੰਤਰੀ ਦੇ ਅਹੁਦੇ 'ਤੇ ਬੈਠਣ ਦੀ ਕੋਸ਼ਿਸ਼ ਕਰਦਾ ਹੈ ਉਹਦਾ ਵੀ ਕਤਲ ਕਰ ਦਿੱਤਾ ਜਾਂਦਾ ਹੈ। ਹੁਣ ਅੱਗੇ ਕੋਈ ਮੁੱਖ ਮੰਤਰੀ ਬਣਨ ਲਈ ਤਿਆਰ ਨਹੀਂ ਹੈ। ਹਰੇਕ ਨੂੰ ਆਪਣੀ ਜਾਨ ਪਿਆਰੀ ਹੈ। ਤਲਵਾਰਾਂ ਦੀ ਛਾਵੇਂ ਕੌਣ ਸੌਵੇਂ। ਆਖਰ ਅਖੀਰ 'ਤੇ ਫੈਸਲਾ ਕੀਤਾ ਜਾਂਦਾ ਹੈ 14 ਮਈ 1845 ਈਸਵੀ ਨੂੰ
ਜਵਾਹਰ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਹੈ। ਇਹ ਮੰਨਾ ਸਿੰਘ ਔਲਖ ਦੇ ਪਰਿਵਾਰ ਦੇ ਵਿੱਚੋਂ ਹੈ, ਉਸ ਦਾ ਪੁੱਤਰ ਹੈ ਤੇ ਮਹਾਰਾਣੀ ਜਿੰਦ ਕੌਰ ਦਾ ਸਕਾ ਭਰਾ ਹੈ। ਮਹਾਰਾਣੀ ਜਿੰਦ ਕੌਰ ਦੇ ਭਰਾ ਨੂੰ ਜਵਾਹਰ ਸਿੰਘ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ ਹੈ। ਹੁਣ ਇਹ ਮਹਾਰਾਣੀ ਜਿੰਦ ਕੌਰ ਦਾ ਸਕਾ ਭਰਾ ਹੈ ਤੇ ਮਹਾਰਾਜਾ ਦਲੀਪ ਸਿੰਘ ਦਾ ਸਕਾ ਮਾਮਾ ਹੈ। ਮੁੱਖ ਮੰਤਰੀ ਜਵਾਹਰ ਸਿੰਘ ਬਣਿਆ। ਤਖਤ ਦੇ ਉੱਪਰ ਮਾਸੂਮ ਬੱਚਾ ਜਿਸ ਦੀ ਉਮਰ 5 ਕੁ ਸਾਲ ਦੀ ਹੈ, ਮਹਾਰਾਜਾ ਦਲੀਪ ਸਿੰਘ ਹੈ ਅਤੇ ਇਹਨਾਂ ਦੀ ਅਗਵਾਈ ਮਹਾਰਾਣੀ ਜਿੰਦ ਕੌਰ ਕਰ ਰਹੀ ਹੈ, ਉਹ ਸਰਪ੍ਰਸਤ ਹੈ। ਹੁਣ ਜਦੋਂ ਇਹ ਮੁੱਖ ਮੰਤਰੀ ਦੇ ਅਹੁਦੇ ਤੇ ਬੈਠ ਗਏ ਹੈ, ਇਹਨੇ ਬਹੁਤ ਵਧੀਆ ਰਾਜ ਪ੍ਰਬੰਧ ਚਲਾਉਣਾ ਸ਼ੁਰੂ ਕਰ ਦਿੱਤਾ, ਬਹੁਤ ਹੀ ਵਧੀਆ। ਜਿਹੜੇ ਬਾਕੀ ਦੇ ਛੋਟੇ ਰਾਜੇ ਹੁੰਦੇ ਸੀ, ਉਹ ਮਹਾਰਾਜਾ ਰਣਜੀਤ ਸਿੰਘ ਨੂੰ ਖਿਰਾਜ ਭਰਿਆ ਕਰਦੇ ਸੀ। ਲਾਹੌਰ ਦਰਬਾਰ ਦੀ ਤਾਕਤ ਜ਼ਿਆਦਾ ਸੀ। ਜਿਹੜੇ ਛੋਟੀਆਂ ਰਿਆਸਤਾਂ ਸਨ, ਛੋਟੇ ਬਾਦਸ਼ਾਹ, ਉਹ ਹਰ ਸਾਲ ਖਿਰਾਜ ਟੈਕਸ ਦੇ ਰੂਪ ਦੇ ਵਿੱਚ ਜੋ ਮਾਇਆ ਉਹ ਲਾਹੌਰ ਦਰਬਾਰ ਨੂੰ ਅਰਪਣ ਕਰਿਆ ਕਰਦੇ ਸੀ। ਹੁਣ ਜੰਮੂ ਦਾ ਜੋ ਬਾਦਸ਼ਾਹ ਉਹ ਹੈ ਗੁਲਾਬ ਸਿੰਘ ਡੋਗਰਾ, ਉਹਦਾ ਭਰਾ ਧਿਆਨ ਸਿੰਘ ਡੋਗਰਾ ਮੁੱਖ ਮੰਤਰੀ ਰਿਹਾ ਲਾਹੌਰ ਦਰਬਾਰ ਦੇ ਵਿੱਚ, ਬੜਾ ਲੰਬੇਰਾ ਸਮਾਂ ਰਹਿ ਕੇ ਗਏ ਹੈ। ਇਹਦੇ ਵੱਲੋਂ ਕਾਫੀ ਲੰਬੇਰੇ ਸਮੇਂ ਤੋਂ ਲਾਹੌਰ ਦਰਬਾਰ ਦੇ ਵਿੱਚ ਖੈਰਾਜ ਟੈਕਸ ਨਹੀਂ ਭਰਿਆ ਗਿਆ। ਇਹਦੇ ਵੱਲ 35 ਲੱਖ ਰੁਪਈਆ ਲਾਹੌਰ ਦਰਬਾਰ ਦਾ। ਜਵਾਹਰ ਸਿੰਘ ਨੇ ਹੋਰ ਬਾਕੀ ਦੇ ਜੋ ਸਿੱਖ ਆਗੂ ਹਨ, ਇਹਨਾਂ ਦੀ ਸਤਿਕਾਰਯੋਗ ਭੈਣ ਹੈ ਮਹਾਰਾਣੀ ਜਿੰਦ ਕੌਰ, ਸਾਰਿਆਂ ਨੇ ਰਲ ਕੇ ਫੈਸਲਾ ਕੀਤਾ ਗੁਲਾਬ ਸਿੰਘ ਡੋਗਰੇ ਤੇ ਸਾਨੂੰ ਹਮਲਾ ਕਰਨਾ ਚਾਹੀਦਾ। ਉਹ ਬੜੇ ਲੰਬੇਰੇ ਸਮੇਂ ਤੋਂ ਟੈਕਸ ਨਹੀਂ ਭਰ ਰਿਹਾ। ਧਿਆਨ ਸਿੰਘ ਡੋਗਰਾ ਖਤਮ ਹੋ ਗਿਆ, ਸੁਚੇਤ ਸਿੰਘ ਡੋਗਰਾ ਖਤਮ ਹੋ ਗਿਆ, ਹੀਰਾ ਸਿੰਘ ਡੋਗਰਾ ਵੀ ਖਤਮ ਹੋ ਗਿਆ, ਗੁਲਾਬ ਸਿੰਘ ਰਹਿੰਦਾ। ਜਵਾਹਰ ਸਿੰਘ ਨੇ ਸੋਚਿਆ ਵੀ ਜੇ ਉਹ ਟੈਕਸ ਨਹੀਂ ਭਰੇਗਾ ਆਪਾਂ ਹਮਲਾ ਕਰਦੇ ਹਾਂ, ਇਹਨੂੰ ਵੀ ਖਤਮ ਕਰੀਏ। ਇਹਨਾਂ ਨੇ ਲਾਹੌਰ ਦਰਬਾਰ ਦਾ ਨੁਕਸਾਨ ਕੀਤਾ ਹੈ। ਇਸ ਤਰ੍ਹਾਂ ਦਾ ਫੈਸਲਾ ਕਰਕੇ ਇਹਦੇ ਉੱਪਰ ਹਮਲਾ ਕੀਤਾ ਗਿਆ। ਗੁਲਾਬ ਸਿੰਘ ਨੂੰ ਜੰਮੂ ਦੇ ਵਿੱਚ ਘੇਰਾ ਪਾ ਲਿਆ ਗਿਆ ਸਿੱਖ ਸਰਦਾਰਾਂ ਦੀ ਫੌਜ ਦੇ ਵੱਲੋਂ। ਜਵਾਹਰ ਸਿੰਘ ਮੁੱਖ ਮੰਤਰੀ ਹੈ, ਇਹ ਅਗਵਾਈ ਕਰ ਰਿਹਾ ਹੈ। ਜਦੋਂ ਗੁਲਾਬ ਸਿੰਘ ਨੂੰ ਪਤਾ ਚੱਲਿਆ ਵੀ ਇਹਨਾਂ ਨੇ ਮੈਨੂੰ ਗ੍ਰਿਫਤਾਰ ਕਰਕੇ ਕਤਲ ਕਰ ਦੇਣਾ, ਇਹਨਾਂ ਨੇ ਤਾਂ ਵੈਸੇ ਹੀ ਇਹ ਇੱਕ ਆਪਣੇ ਵੱਲੋਂ ਚਾਲ ਚੱਲੀ ਹੈ ਖਿਰਾਜ ਦੇ ਸਬੰਧ ਦੇ ਵਿੱਚ, ਖਿਰਾਜ ਨਹੀਂ ਲੈਣ ਆਏ, ਇਹ ਕਤਲ ਕਰਨਗੇ ਜੇ ਮੈਂ ਖਿਰਾਜ ਨਾ ਭਰਿਆ, ਟੈਕਸ ਨਾ ਭਰਿਆ। ਇਹਨੇ ਉਸ ਸਮੇਂ ਵਾਅਦਾ ਕੀਤਾ ਵੀ 1-2 ਦਿਨਾਂ ਤੱਕ ਮੈਂ 27 ਲੱਖ ਰੁਪਈਆ ਲੈ ਕੇ ਲਾਹੌਰ ਦਰਬਾਰ ਦੇ ਵਿੱਚ ਪੇਸ਼ ਹੁੰਦਾ ਹਾਂ, ਮੈਂ 27 ਲੱਖ ਰੁਪਈਆ ਭਰ ਦਿੰਦਾ ਹਾਂ, ਬਾਕੀ ਜਿੰਨੀ ਵੀ ਕੋਈ ਗੱਲਬਾਤ ਹੈ ਉਹ ਮੈਂ ਲਾਹੌਰ ਦਰਬਾਰ ਦੇ ਵਿੱਚ ਤੁਹਾਡੇ ਕੋਲ ਬੈਠ ਕੇ ਆਪਾਂ ਸਾਂਝੀ ਕਰਾਂਗੇ, ਤੁਸੀਂ ਮੇਰਾ ਨੁਕਸਾਨ ਨਾ ਕਰੋ। ਹੁਣ ਸਿੱਖ ਸਰਦਾਰ ਹੈ, ਜਿਹੜੇ ਸਿੱਖ ਆਗੂ ਹੈ, ਉਹਨਾਂ ਨੇ ਇਸ ਦੀ ਗੱਲ 'ਤੇ ਇਤਬਾਰ ਕੀਤਾ ਵੀ ਚਲੋ ਠੀਕ ਹੈ, ਅਸੀਂ ਵਾਪਸ ਹੋ ਜਾਂਦੇ ਹਾਂ, 1-2 ਦਿਨਾਂ ਤੱਕ ਆ ਕੇ ਤੁਸੀਂ ਲਾਹੌਰ ਦਰਬਾਰ ਦੇ ਵਿੱਚ 27 ਲੱਖ ਰੁਪਈਆ ਭਰੋ ਅਤੇ ਬਾਕੀ ਦੀ ਆਪਾਂ ਬੈਠ ਕੇ ਗੱਲ ਕਰਾਂਗੇ, 35 ਲੱਖ ਰੁਪਈਆ ਤੁਹਾਡੇ ਵੱਲ ਬਣਦਾ। ਇਹ ਸਿੱਖ ਸਰਦਾਰ ਵਾਪਸ ਆ ਗਏ ਆਪਣੀਆਂ ਫੌਜਾਂ ਲੈ ਕੇ, ਉਹਦਾ ਕਤਲ ਕੋਈ ਨਹੀਂ ਕੀਤਾ। ਹੁਣ ਗੁਲਾਬ ਸਿੰਘ ਇਹ ਘਟਨਾ ਤੋਂ ਬਾਅਦ 2 ਚਾਲਾਂ ਚੱਲਦਾ। ਉਹ 2 ਚਾਲਾਂ ਕਿਹੜੀਆਂ ਨੇ? ਗੁਲਾਬ ਸਿੰਘ ਬੈਠ ਕੇ ਸੋਚਦਾ ਵੀ ਲਾਹੌਰ ਦਰਬਾਰ ਦੇ ਵਿੱਚ ਸਾਡੇ
ਸਾਰੇ ਮੈਂਬਰ ਹੀ ਖਤਮ ਹੋ ਗਏ ਆ, ਕੇਵਲ ਮੈਂ ਜਿਉਂਦਾ ਰਿਹਾ। ਤੇ ਅਸੀਂ ਕੋਸ਼ਿਸ਼ ਕੀਤੀ ਹੈ ਵੀ ਕਿਸੇ ਤਰੀਕੇ ਨਾਲ ਲਾਹੌਰ ਦਰਬਾਰ ਤੇ ਸਾਡਾ ਕਬਜ਼ਾ ਹੋ ਜੇ। ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਪਰਿਵਾਰ ਦਾ ਇੱਕ ਇੱਕ ਮੈਂਬਰ, ਇੱਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੀਆਂ ਔਰਤਾਂ ਤੱਕ ਵੀ ਅਸੀਂ ਕਤਲ ਕਰ ਦਿੱਤੀਆਂ। ਪਰ ਕਮਾਲ ਦੀ ਗੱਲ ਹੈ, ਇਹ ਸਿੱਖ ਸਰਦਾਰ ਅਜੇ ਵੀ ਇੰਨੇ ਤਾਕਤਵਰ ਨੇ ਵੀ ਇਹ ਜੰਮੂ ਦੇ ਵਿੱਚ ਆ ਕੇ ਮੈਨੂੰ ਘੇਰਾ ਪਾ ਰਹੇ ਹੈ, ਮੈਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਇਹਨੇ ਪਹਿਲੀ ਚਾਲ ਤਾਂ ਇਹ ਚੱਲੀ, ਇਹਨੇ ਕੁਝ ਭੇਤ, ਕਿਉਂਕਿ ਇਹ ਲਾਹੌਰ ਦਰਬਾਰ ਦੇ ਵਿੱਚ ਰਹਿ ਕੇ ਗਿਆ ਹੋਇਆ ਨਾ ਕਾਫੀ ਲੰਬੇਰਾ ਸਮਾਂ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇਹ ਆਇਆ ਸੀ, ਇੱਕ ਸਿਪਾਹੀ ਭਰਤੀ ਹੋਇਆ ਸੀ, ਬਾਅਦ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਨੇੜੇ ਹੋ ਗਿਆ, ਇੰਨਾ ਚਹੇਤਾ ਬਣ ਗਿਆ। ਮਹਾਰਾਜਾ ਰਣਜੀਤ ਸਿੰਘ ਤੋਂ ਇਹਨੇ ਜੰਮੂ ਦਾ ਰਾਜ ਸੌਖਿਆਂ ਹੀ ਪ੍ਰਾਪਤ ਕਰ ਲਿਆ ਸੀ। ਇਹਦੇ ਕੋਲ ਜਿਹੜੇ ਲਾਹੌਰ ਦਰਬਾਰ ਦੇ ਕੋਈ ਗੁੱਝੇ ਭੇਤ ਸਨ, ਉਹ ਸਾਰੇ ਭੇਤ ਇਹਨੇ ਅੰਗਰੇਜ਼ਾਂ ਦੇ ਕੋਲ ਜਾ ਕੇ ਉਹਨਾਂ ਨੂੰ ਦੱਸੇ ਵੀ ਜੇ ਤੁਸੀਂ ਪੰਜਾਬ ਤੇ ਕਬਜ਼ਾ ਕਰਨਾ ਹੈ ਤੇ ਲਾਹੌਰ ਦਰਬਾਰ ਦੀ ਸਥਿਤੀ ਕੀ ਹੈ। ਲਾਹੌਰ ਦਰਬਾਰ ਦੇ ਵਿੱਚ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਮੈਂਬਰ ਖਤਮ ਹੋ ਗਏ ਹੈ, ਆਪਸ ਦੇ ਵਿੱਚ ਲੜ ਕੇ, ਕੁਝ ਅਸੀਂ ਖਤਮ ਕਰ ਦਿੱਤੇ ਹੈ ਚਾਲਾਂ ਚੱਲ ਕੇ। ਤੇ ਹੁਣ ਇੱਕ ਬੱਚਾ ਹੈ, ਮਾਸੂਮ ਬੱਚਾ, ਮਹਾਰਾਜਾ ਦਲੀਪ ਸਿੰਘ, ਉਹ ਤਖਤ ਤੇ ਬੈਠਾ। ਇੱਕ ਉਸ ਦੀ ਸਤਿਕਾਰਯੋਗ ਮਾਤਾ ਹੈ ਮਹਾਰਾਣੀ ਜਿੰਦ ਕੌਰ। ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੇ ਕੇਵਲ 2 ਮੈਂਬਰ ਰਹਿੰਦੇ ਹੈ ਲਾਹੌਰ ਦਰਬਾਰ ਦੇ ਵਿੱਚ, ਬਾਕੀ ਤਾਂ ਸਾਰੇ ਖਤਮ ਹੋ ਗਏ ਹੈ। ਤੇ ਬਾਕੀ ਲਾਹੌਰ ਦਰਬਾਰ ਦੇ ਵਿੱਚ ਇੱਕ ਦੂਸਰੇ ਤੇ ਕੋਈ ਬਹੁਤਾ ਵਿਸ਼ਵਾਸ ਵੀ ਨਹੀਂ ਕੀਤਾ ਜਾਂਦਾ। ਇਹਨੇ ਜੋ ਹਾਲਾਤ ਸਨ ਲਾਹੌਰ ਦਰਬਾਰ ਦੇ ਅੰਦਰ ਦੇ ਪਰਿਵਾਰਕ ਹਾਲਾਤ, ਤੇ ਜਾਂ ਜੋ ਇਸ ਦੇ ਕੋਲ ਪੁਰਾਣੀ ਜਾਣਕਾਰੀ ਸੀ ਲਾਹੌਰ ਦਰਬਾਰ ਦੀ, ਉਹ ਸਾਰਾ ਭੇਤ ਜਾ ਕੇ ਇਹਨੇ ਅੰਗਰੇਜ਼ਾਂ ਨੂੰ ਦੱਸਿਆ, ਗੋਰਿਆਂ ਨੂੰ, ਵੀ ਤੁਸੀਂ ਰਾਜ ਕਰ ਸਕਦੇ ਹੋ, ਹੁਣ ਇਸ ਤਰ੍ਹਾਂ ਦੇ ਹਾਲਾਤ ਨੇ, ਜੇ ਤੁਸੀਂ ਹਮਲਾ ਕਰੋ ਪੰਜਾਬ ਤੇ। ਦੂਸਰੀ ਇਸਨੇ ਚਾਲ ਇਹ ਚੱਲੀ, ਇਸਨੇ ਇੱਕ ਇਸ ਦਾ ਬਹੁਤ ਹੀ ਵਫਾਦਾਰ ਵਿਅਕਤੀ ਹੈ ਫਤਿਹ ਖਾਨ, ਉਹਦੇ ਕੋਲੋਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਇੱਕ ਪੁੱਤਰ ਜਿਉਂਦਾ ਪਿਸ਼ੌਰਾ ਸਿੰਘ, ਆਪਾਂ ਕੱਲ ਵਿਚਾਰਿਆ ਸੀ ਨਾ, ਹੀਰਾ ਸਿਉ ਡੋਗਰਾ ਆਪਣੀ ਫੌਜ ਦੇ ਨਾਲ ਜੋ ਦਾਤਾਰ ਕੌਰ ਦੇ ਪੁੱਤਰ ਨੇ, ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਨੇ ਪਿਸ਼ੌਰਾ ਸਿੰਘ ਤੇ ਕਸ਼ਮੀਰਾ ਸਿੰਘ, ਜੋ ਸਿਆਲਕੋਟ ਦੇ ਵਿੱਚ ਰਹਿ ਰਹੇ ਹੈ, ਉਹਨਾਂ ਨੂੰ ਜਾ ਕੇ ਘੇਰਾ ਪਾ ਲਿਆ ਸੀ ਵੀ ਕਤਲ ਕਰਾਂਗੇ। ਤੇ ਕਸ਼ਮੀਰਾ ਸਿੰਘ ਆਪਣੀ ਪਤਨੀ, ਆਪਣੇ ਭਰਾ ਪਿਸ਼ੌਰਾ ਸਿੰਘ ਤੇ 2 ਨੌਕਰਾਂ ਦੇ ਨਾਲ ਰਾਤ ਨੂੰ ਚਲਿਆ ਗਿਆ ਸੀ, ਇੱਕ ਝੁੱਗੀ ਦੇ ਵਿੱਚ ਰਹੇ। ਉੱਥੋਂ ਪਿਸ਼ੌਰਾ ਸਿੰਘ ਵੱਖਰਾ ਹੋ ਗਿਆ ਸੀ, ਕਸ਼ਮੀਰਾ ਸਿੰਘ ਆਪਣੀ ਪਤਨੀ ਅਤੇ ਨੌਕਰਾਂ ਦੇ ਨਾਲ ਬਾਬਾ ਵੀਰ ਸਿੰਘ ਨਰੰਗਾਬਾਦ ਵਾਲੇ ਦੇ ਡੇਰੇ ਤੇ ਚਲਿਆ ਗਿਆ, ਉੱਥੇ ਜੰਗ ਦੇ ਵਿੱਚ ਮਾਰਿਆ ਗਿਆ। ਪਿਸ਼ੌਰਾ ਸਿੰਘ ਜਿਉਂਦਾ। ਇਹ ਵੀ ਵੱਖ-ਵੱਖ ਥਾਵਾਂ ਤੇ ਭਟਕਦਾ ਰਿਹਾ, ਤੁਰਿਆ ਫਿਰਿਆ, ਆਪਣੀ ਜਾਨ ਬਚਾਉਂਦਾ। ਤੇ ਗੁਲਾਬ ਸਿਉ ਡੋਗਰੇ ਨੂੰ ਪਤਾ ਚੱਲ ਗਿਆ ਵੀ ਪਿਸ਼ੌਰਾ ਸਿੰਘ ਕਿੱਥੇ ਹੈ। ਇਹਨੇ ਦੂਸਰੀ ਚਾਲ ਇਹ ਚੱਲੀ, ਜਿਹੜਾ ਇਹਦਾ ਵਫਾਦਾਰ ਹੈ ਫਤਿਹ ਖਾਨ, ਉਹਦੇ ਕੋਲੋਂ ਪਿਸ਼ੌਰਾ ਸਿੰਘ ਦਾ ਕਤਲ ਕਰਵਾ ਦਿੱਤਾ ਤੇ ਪਿਸ਼ੌਰਾ ਸਿੰਘ ਨੂੰ ਗਲ ਘੋਟ ਕੇ ਮਾਰਿਆ ਗਿਆ ਸੀ ਫਤਿਹ ਖਾਨ ਦੇ ਵੱਲੋਂ। ਇਹ ਕਤਲ ਕਰਵਾ ਕੇ ਨਾਮ ਲਾ ਦਿੱਤਾ ਗਿਆ ਮਹਾਰਾਣੀ ਜਿੰਦ ਕੌਰ ਦੇ ਭਰਾ ਦਾ ਵੀ ਜਵਾਹਰ ਸਿੰਘ ਜੋ ਮੁੱਖ ਮੰਤਰੀ ਹੈ, ਉਹਨੇ ਪਿਸ਼ੌਰਾ ਸਿੰਘ ਦਾ ਕਤਲ ਕਰਵਾਇਆ ਵੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਥੇ ਆ ਕੇ ਕੋਈ ਦਾਅਵਾ ਨਾ ਕਰੇ ਵੀ ਤਖਤ ਤੇ ਮੇਰਾ ਹੱਕ ਹੈਗਾ, ਮੈਂ ਬਾਦਸ਼ਾਹ ਬਣਨਾ ਚਾਹੀਦਾ, ਮੈਂ ਵੱਡਾ ਉਮਰ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਤੋਂ। ਇਸ ਤਰ੍ਹਾਂ ਦੀ ਗੱਲ ਬਣਾ ਕੇ ਇਹਨੇ ਲਾਹੌਰ ਦਰਬਾਰ ਦੇ ਵਿੱਚ ਫੈਲਾ ਦਿੱਤੀ ਵੀ ਜਵਾਹਰ ਸਿੰਘ ਨੇ ਕਤਲ ਕਰਵਾਇਆ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਦਾ, ਪਿਸ਼ੌਰਾ ਸਿੰਘ ਦਾ। ਜਿਹੜੇ ਪੰਚ ਨੇ, ਪਹਿਲਾਂ ਵੀ ਮੈਂ ਜ਼ਿਕਰ ਕਰ ਆਇਆ ਵੀ ਪੰਚਾਂ ਨੇ ਪਹਿਲਾਂ
ਹੀਰਾ ਸਿੰਘ ਡੋਗਰੇ ਦਾ ਸਾਥ ਦਿੱਤਾ ਜਦੋਂ ਸ਼ੇਰ ਸਿੰਘ ਤੇ ਹਮਲਾ ਕੀਤਾ ਗਿਆ, ਜਦੋਂ ਅਜੀਤ ਸਿੰਘ ਤੇ ਲਹਿਣਾ ਸਿੰਘ ਸੰਧਾਵਾਲੀਆ ਮਾਰੇ ਗਏ ਆ ਸ਼ੇਰ ਸਿੰਘ ਦੇ ਕਤਲ ਤੋਂ ਬਾਅਦ। ਹੁਣ ਜਦੋਂ ਇਹ ਪੰਚਾਂ ਦੇ ਕੋਲ ਗੱਲ ਆਈ, ਇਹਨਾਂ ਦੇ ਕੋਲ ਵੀ ਤਾਕਤ ਹੈ, ਇਹਨਾਂ ਦੇ ਅਧੀਨ ਵੀ ਫੌਜ ਹੈ, ਇਹਨਾਂ ਨੇ ਜਵਾਹਰ ਸਿੰਘ ਨੂੰ ਕਹਿਆ ਵੀ ਤੂੰ ਸਾਡੇ ਅੱਗੇ ਪੇਸ਼ ਹੋ, ਆਪਣੇ ਵੱਲੋਂ ਸਫਾਈ ਦੇ, ਤੇਰੇ ਤੇ ਇਹ ਦੋਸ਼ ਲੱਗਿਆ ਵੀ ਤੂੰ ਕਤਲ ਕਰਵਾਇਆ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਦਾ। ਹੁਣ ਜਵਾਹਰ ਸਿੰਘ ਨੂੰ ਪਤਾ ਹੈ ਵੀ ਪੰਚ ਹੈ ਜਿਹੜੇ ਉਹ ਮੇਰੇ ਖਿਲਾਫ ਹੋਏ ਬੈਠੇ ਹੈ, ਇਹ ਉਹ ਗੱਲਾਂ ਤੇ ਜ਼ਿਆਦਾ ਯਕੀਨ ਕਰ ਰਹੇ ਆ ਜੋ ਇੱਥੇ ਫੈਲਾ ਦਿੱਤੀਆਂ ਗਈਆਂ ਨੇ ਗੁਲਾਬ ਸਿੰਘ ਡੋਗਰੇ ਦੇ ਵੱਲੋਂ, ਮੇਰੇ ਤੇ ਯਕੀਨ ਕੋਈ ਨਹੀਂ। ਇਹਨੇ ਆਪਣੇ ਵੱਲੋਂ ਸਫਾਈਆਂ ਵੀ ਦਿੱਤੀਆਂ ਜਦੋਂ ਇਸ ਨੂੰ ਕਹਿਆ ਗਿਆ ਨਾ ਵੀ ਸਾਡੇ ਸਾਹਮਣੇ ਪੇਸ਼ ਹੋ। ਜਵਾਹਰ ਸਿੰਘ ਨੂੰ ਪਤਾ ਹੈ ਵੀ ਜਦੋਂ ਮੈਂ ਪੇਸ਼ ਹੋਇਆ ਉੱਥੇ ਮੇਰਾ ਕਤਲ ਵੀ ਹੋ ਸਕਦਾ। ਇਹਨੇ ਕੀ ਕੀਤਾ, ਇੱਕ ਹਾਥੀ ਦੇ ਉੱਪਰ ਸਵਾਰ ਹੋ ਗਿਆ, ਮਹਾਰਾਣੀ ਜਿੰਦ ਕੌਰ ਨੂੰ ਇਸਨੇ ਆਪਣੇ ਮਗਰਲੇ ਪਾਸੇ ਬਿਠਾਇਆ, ਆਪਣੀ ਭੈਣ ਨੂੰ, ਤੇ ਆਪਣੇ ਭਾਣਜੇ ਨੂੰ ਮਹਾਰਾਜਾ ਦਲੀਪ ਸਿੰਘ ਨੂੰ ਆਪਣੀ ਬੁੱਕਲ ਦੇ ਵਿੱਚ ਬਿਠਾ ਲਿਆ ਤਾਂ ਕਿ ਮੇਰੇ ਤੇ ਕੋਈ ਹਮਲਾ ਨਾ ਹੋਵੇ। ਆਪਣੀ ਸੇਫਟੀ ਦੇ ਲਈ, ਆਪਣੇ ਆਪ ਨੂੰ ਬਚਾਉਣ ਦੇ ਲਈ ਵੀ, ਤਾਂ ਕਿ ਮੇਰੇ ਤੇ ਕੋਈ ਫਾਇਰ ਨਾ ਕਰ ਦਵੇ, ਬੰਦੂਕ ਨਾ ਚਲਾ ਦਵੇ। ਜਦੋਂ ਹੁਣ ਬੁੱਕਲ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਬੈਠਾ ਹੈ, ਮਗਰ ਮਹਾਰਾਣੀ ਜਿੰਦ ਕੌਰ ਬੈਠੀ ਹੈ, ਤਾਂ ਮੇਰੇ ਤੇ ਹਮਲਾ ਨਹੀਂ ਕਰੇਗਾ ਕੋਈ ਵੀ। ਇਹ ਚਲਿਆ ਗਿਆ। ਇਹ ਆਪਣੇ ਵੱਲੋਂ ਤਾਂ ਇਸ ਤਰ੍ਹਾਂ ਪ੍ਰਬੰਧ ਕਰਕੇ ਗਿਆ ਹਾਥੀ ਦੇ ਉੱਪਰ, ਪਰ ਅੱਗੇ ਤਿਆਰ ਹੀ ਬੈਠੇ ਸੀ, ਇਹਦੀ ਕੋਈ ਗੱਲ ਨਹੀਂ ਸੁਣੀ ਗਈ, ਇਹਦੇ ਵੱਲੋਂ ਸਫਾਈ ਵੀ ਦਿੱਤੀ ਗਈ। ਮਹਾਰਾਣੀ ਜਿੰਦ ਕੌਰ ਨੇ ਵੀ ਕਹਿਆ ਵੀ ਇਹਨੇ ਨਹੀਂ ਕਤਲ ਕੀਤਾ, ਇਹਨੂੰ ਤਾਂ ਪਤਾ ਹੀ ਨਹੀਂ ਸੀ ਵੀ ਪਿਸ਼ੌਰਾ ਸਿੰਘ ਹੈ ਕਿੱਥੇ। ਇਹਨਾਂ ਦੀਆਂ ਕੋਈ ਗੱਲਾਂ ਨਹੀਂ ਸੁਣੀਆਂ ਗਈਆਂ। ਮਹਾਰਾਣੀ ਜਿੰਦ ਕੌਰ ਨੂੰ ਪਕੜ ਲਿਆ ਗਿਆ, ਬੁੱਕਲ ਦੇ ਵਿੱਚੋਂ ਪਰਾਂ ਕਰ ਦਿੱਤਾ ਗਿਆ ਮਹਾਰਾਜਾ ਦਲੀਪ ਸਿੰਘ ਨੂੰ, ਤੇ ਜਵਾਹਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਉੱਥੇ ਸਿੱਖ ਸਰਦਾਰਾਂ ਦੇ ਵੱਲੋਂ ਵੀ ਤੂੰ ਸਾਡੇ ਬਾਦਸ਼ਾਹ ਦੇ ਪੁੱਤਰ ਦਾ ਕਤਲ ਕੀਤਾ। ਇਹ ਗੁਲਾਬ ਸਿੰਘ ਡੋਗਰੇ ਨੇ ਦੋ ਚਾਲਾਂ ਚੱਲੀਆਂ। ਜਵਾਹਰ ਸਿੰਘ ਹੀ ਸੀ ਜਿਸ ਨੇ ਇਹ ਗੱਲ ਵਿਚਾਰੀ ਸੀ ਗੁਲਾਬ ਸਿੰਘ ਡੋਗਰੇ ਤੋਂ 35 ਲੱਖ ਰੁਪਇਆ ਖਰਾਜ ਦਾ ਲੈਣਾ ਚਾਹੀਦਾ, ਸਾਨੂੰ ਹਮਲਾ ਕਰਨਾ ਚਾਹੀਦਾ, ਤੇ ਗੁਲਾਬ ਸਿੰਘ ਨੇ ਇਹਦੇ ਵਿਰੋਧ ਦੇ ਵਿੱਚ ਚਾਲ ਚੱਲੀ, ਪਿਸ਼ੌਰਾ ਸਿੰਘ ਦਾ ਕਤਲ ਕਰਵਾ ਕੇ ਤੇ ਇਹਦਾ ਨਾਮ ਲਾਇਆ ਗਿਆ। ਤੇ ਜਵਾਹਰ ਸਿੰਘ ਨੂੰ ਵੀ ਸਿੱਖ ਸਰਦਾਰਾਂ ਨੇ ਜਿਹੜੇ ਪੰਚ ਸੀ ਉਸ ਸਮੇਂ ਦੇ, ਉਹਨਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ। ਹੁਣ ਮੁੱਖ ਮੰਤਰੀ ਦਾ ਅਹੁਦਾ ਜਿਹੜਾ ਉਹ ਫੇਰ ਖਾਲੀ ਹੋ ਗਿਆ। ਹੁਣ ਮੁੱਖ ਮੰਤਰੀ ਕੌਣ ਬਣੇ? ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਆ ਵੀ ਕਤਲ ਹੋ ਰਹੇ ਆ ਲਾਹੌਰ ਦਰਬਾਰ ਦੇ ਅੰਦਰ, ਤੇ ਕੋਈ ਵੀ ਬਣਨ ਲਈ ਤਿਆਰ ਨਹੀਂ। ਸਿੱਖ ਸਰਦਾਰਾਂ ਨੇ ਜਾਂ ਇਸ ਸਮੇਂ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ, ਇਹ ਵਧੀਆ ਘਟਨਾਵਾਂ ਵਾਪਰੀਆਂ ਵੀ। ਧਿਆਨ ਸਿੰਘ ਡੋਗਰੇ ਦਾ ਕਤਲ ਕੀਤਾ ਗਿਆ, ਹੀਰਾ ਸਿੰਘ ਡੋਗਰੇ ਦਾ ਕਤਲ ਹੋ ਗਿਆ, ਚੇਤ ਸਿੰਘ ਡੋਗਰਾ ਪਹਿਲਾਂ ਮਾਰਿਆ ਗਿਆ ਹੈਗਾ, ਉਹ ਵੀ ਖਤਮ ਹੋ ਗਿਆ, ਤੇ ਜਵਾਹਰ ਸਿੰਘ ਮੁੱਖ ਮੰਤਰੀ ਬਣਿਆ। ਇਹ ਬਹੁਤ ਸੂਝਵਾਨ ਸੀ। ਜੇ ਕਿਤੇ ਇਹ ਲੰਬੇਰਾ ਸਮਾਂ ਤਖਤ ਤੇ ਰਹਿ ਜਾਂਦਾ ਮੁੱਖ ਮੰਤਰੀ ਦੇ ਅਹੁਦੇ ਤੇ ਇਹਨੇ ਬਹੁਤ ਵਧੀਆ ਰਾਜ ਪ੍ਰਬੰਧ ਕਰਨਾ ਸੀ। ਪਰ ਸਿੱਖ ਆਗੂ ਸਨ, ਉਹਨਾਂ ਦੀ ਅੱਖ ਫੇਰ ਧੋਖਾ ਖਾ ਗਈ। ਉਹ ਗੁਲਾਬ ਸਿੰਘ ਡੋਗਰੇ ਦੀ ਚਾਲ ਨੂੰ ਸਮਝ ਨਹੀਂ ਸਕੇ, ਤੇ ਉਹਨਾਂ ਨੇ ਮਹਾਰਾਣੀ ਜਿੰਦ ਕੌਰ ਦਾ ਸਕਾ ਭਰਾ ਮਹਾਰਾਜਾ ਦਲੀਪ ਸਿੰਘ ਦਾ ਸਕਾ ਮਾਮਾ ਕਤਲ ਕਰ ਦਿੱਤਾ। ਤੇ ਇੱਥੇ ਇੱਕ ਬਹੁਤ ਵੱਡਾ ਹੋਰ ਧੋਖਾ ਖਾਧਾ ਗਿਆ। ਭਾਵੇਂ ਕਿ ਡੋਗਰੇ ਖਤਮ ਕਰ ਦਿੱਤੇ ਹੈ, ਪਰ ਜਿਹੜੇ ਬੰਦੇ ਇਹਨਾਂ ਨੇ ਹੁਣ ਇਸ ਅਹੁਦੇ ਤੇ ਲੈ ਕੇ ਆਉਣੇ ਆ, ਉਹ ਵੀ ਸਿਰੇ ਦੇ ਗਦਾਰ ਨੇ। ਉਹਨਾਂ ਨੇ ਵੀ ਅੱਗੇ ਜਾ ਕੇ ਗਦਾਰੀਆਂ ਕਰਨੀਆਂ ਨੇ। ਜਵਾਹਰ ਸਿੰਘ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਤੇ ਲਾਲ ਸਿਉਂ ਨੂੰ ਬਿਠਾਇਆ ਗਿਆ। ਹੁਣ ਇਹ ਲਾਲ ਸਿਉਂ ਕੌਣ ਹੈ? ਇਹ ਜੱਸਾ ਮੱਲ ਦਾ ਪੁੱਤਰ ਹੈ, ਤੇ ਜੇਹਲਮ ਦੇ ਨੇੜੇ ਸੰਗੋਈ ਪਿੰਡ ਦਾ ਰਹਿਣ ਵਾਲਾ ਹੈ।
ਇਸ ਨੂੰ ਮੁੱਖ ਮੰਤਰੀ ਬਣਾਇਆ ਗਿਆ। ਇਹਨੇ ਵੀ ਗਦਾਰੀਆਂ ਕਰਨੀਆਂ ਅੱਗੇ ਜਾ ਕੇ, ਅੰਗਰੇਜ਼ਾਂ ਦੇ ਨਾਲ ਮਿਲ ਜਾਣ, ਤੇ ਸੈਨਾਪਤੀ ਬਣਾ ਦਿੱਤਾ ਗਿਆ ਤੇਜਾ ਸਿਉਂ ਨੂੰ। ਇਹ ਤੇਜਾ ਸਿਉਂ ਖੁਸ਼ਹਾਲ ਸਿੰਘ ਦਾ ਭਤੀਜਾ ਹੈ। ਤੇ ਖੁਸ਼ਹਾਲ ਸਿੰਘ ਕੌਣ ਹੈ? ਇਹ ਮਹਾਰਾਜਾ ਰਣਜੀਤ ਸਿੰਘ ਦੀ ਡਿਉਢੀ ਦੇ ਉੱਪਰ ਖੜਦਾ ਹੁੰਦਾ ਸੀ। ਇਸੇ ਨੂੰ ਹਟਾ ਕੇ ਹੀ ਧਿਆਨ ਸਿਉਂ ਡੋਗਰਾ ਡਿਉਢੀ ਤੇ ਖੜਨ ਲੱਗ ਗਿਆ ਸੀ, ਇਹਨੂੰ ਇੱਥੋਂ ਪਰੇ ਕਰ ਦਿੱਤਾ ਗਿਆ ਸੀ। ਤੇ ਇਹ ਖੁਸ਼ਹਾਲ ਸਿਉਂ ਧਿਆਨ ਸਿਉਂ ਡੋਗਰੇ ਦੇ ਨਾਲ ਮਿਲ ਗਿਆ ਸੀ ਬਾਅਦ ਦੇ ਵਿੱਚ। ਇਹ ਧਿਆਨ ਸਿਉਂ ਡੋਗਰੇ ਦੇ ਕਹਿਣ ਤੇ ਆਪਣੇ ਵੱਲੋਂ ਕੰਮਕਾਜ ਕਰਦਾ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਬਿਮਾਰ ਹੋ ਗਿਆ ਅਖੀਰ ਤੇ, ਉਦੋਂ ਉਹਦੇ ਮਨ ਦੀ ਇੱਛਾ ਇਹ ਸੀ ਵੀ ਜੋ ਮੇਰੇ ਕੋਲ ਕੋਹੇ ਨੂਰ ਹੀਰਾ ਹੈ ਉਹ ਮੈਂ ਅੰਮ੍ਰਿਤਸਰ ਦਰਬਾਰ ਸਾਹਿਬ ਭੇਟਾ ਕਰਨਾ। ਉਹ ਬਹੁਤ ਜ਼ਿਆਦਾ ਬਿਮਾਰ ਸੀ। ਉਸ ਨੇ ਖੁਸ਼ਹਾਲ ਸਿੰਘ ਨੂੰ ਕਹਿਆ, ਇਹ ਖੁਸ਼ਹਾਲ ਸਿੰਘ ਨੂੰ ਕਹਿਆ, ਕਿਉਂਕਿ ਇਹ ਉਸ ਸਮੇਂ ਖਜ਼ਾਨੇ ਦਾ ਮੰਤਰੀ ਵੀ ਬਣਿਆ, ਵੀ ਤੁਸੀਂ ਕੋਹੇਨੂਰ ਹੀਰਾ ਲੈ ਕੇ ਆਵੋ, ਆਪਾਂ ਦਰਬਾਰ ਸਾਹਿਬ ਅੰਮ੍ਰਿਤਸਰ ਉਹਨੂੰ ਭੇਟਾ ਕਰਕੇ ਆਉਣਾ ਗੁਰੂ ਰਾਮਦਾਸ ਜੀ ਦੇ ਦਰ 'ਤੇ। ਖੁਸ਼ਹਾਲ ਸਿਉਂ ਨੇ ਧਿਆਨ ਸਿਉਂ ਡੋਗਰੇ ਦੇ ਕਹਿਣ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਗੱਲ ਕਹੀ ਸੀ ਵੀ ਉਹ ਕੋਹੇਨੂਰ ਹੀਰਾ ਤਾਂ ਕਿਸੇ ਜੌਹਰੀ ਦੇ ਕੋਲ ਭੇਜਿਆ ਹੋਇਆ, ਬਾਅਦ ਦੇ ਵਿੱਚ ਆਪਾਂ ਦਰਬਾਰ ਸਾਹਿਬ ਭੇਟਾ ਕਰਕੇ ਆਵਾਂਗੇ, ਜਾਂ ਬਾਅਦ ਦੇ ਵਿੱਚ ਅਸੀਂ ਪਹੁੰਚਾ ਦੇਵਾਂਗੇ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਇਸ ਦੁਨੀਆ ਤੋਂ ਚੱਲ ਵਸੇ ਤੇ ਇਹ ਕੋਹੇਨੂਰ ਹੀਰਾ ਇਹਨਾਂ ਨੇ ਧਿਆਨ ਸਿਉਂ ਡੋਗਰੇ ਨੇ ਜਾਂ ਖੁਸ਼ਹਾਲ ਸਿਉਂ ਨੇ ਦਰਬਾਰ ਸਾਹਿਬ ਭੇਟਾ ਨਹੀਂ ਕੀਤਾ, ਉਹ ਖਜ਼ਾਨੇ ਦੇ ਵਿੱਚ ਹੀ ਰੱਖਿਆ। ਤੇ ਜੇ ਕਿਤੇ ਉਹ ਹੀਰਾ ਦਰਬਾਰ ਸਾਹਿਬ ਭੇਟਾ ਹੋ ਜਾਂਦਾ ਤੇ ਉਹ ਅੱਜ ਸਿੱਖ ਕੌਮ ਦੇ ਕੋਲ ਹੀ ਹੋਣਾ ਸੀ, ਨਾ ਕਿ ਉਹ ਇੰਗਲੈਂਡ ਦੀ ਧਰਤੀ ਤੇ। ਇਹਨੇ ਵੀ ਗਦਾਰੀਆਂ ਕੀਤੀਆਂ ਖੁਸ਼ਹਾਲ ਸਿਉਂ ਨੇ। ਧਿਆਨ ਸਿਉਂ ਡੋਗਰੇ ਦੇ ਕਹਿਣ ਤੇ ਇਹ ਚੱਲਦਾ ਰਿਹਾ, ਉਹਦੇ ਮੁਤਾਬਕ ਲਾਹੌਰ ਦਰਬਾਰ ਦੇ ਵਿੱਚ ਕੰਮਕਾਜ ਕਰਦਾ ਰਿਹਾ। ਤੇ ਇਹਦਾ ਭਤੀਜਾ ਤੇਜਾ ਸਿਉਂ, ਇਹਨੇ ਵੀ ਆਪਣੇ ਚਾਚੇ ਤੋਂ ਚੰਗੀਆਂ ਚਾਲਾਂ ਸਿੱਖੀਆਂ ਹੋਈਆਂ ਕਿਵੇਂ ਚੱਲਣੀਆਂ। ਇਹਨੂੰ ਸੈਨਾਪਤੀ ਬਣਾ ਦਿੱਤਾ ਗਿਆ, ਫੌਜ ਦਾ ਸੈਨਾਪਤੀ ਬਣਾ ਦਿੱਤਾ ਗਿਆ। ਇਹ ਤੇਜਾ ਸਿਉਂ ਮੇਰਠ ਦਾ ਰਹਿਣ ਵਾਲਾ, ਬ੍ਰਾਹਮਣ ਬਰਾਦਰੀ ਦੇ ਨਾਲ ਸੰਬੰਧ ਰੱਖਦਾ। 1799 ਦੇ ਵਿੱਚ ਇਹਦਾ ਜਨਮ ਹੋਇਆ। 1812 ਦੇ ਵਿੱਚ ਇਹ ਲਾਹੌਰ ਦਰਬਾਰ ਦੇ ਵਿੱਚ ਆਇਆ ਸੀ। 1816 ਦੇ ਵਿੱਚ ਇਹਨੇ ਖੰਡੇ ਕੀ ਪਹੁਲ ਛਕੀ ਸੀ। ਤੇਜਾ ਸਿਉਂ ਤੋਂ ਤੇਜਾ ਸਿੰਘ ਬਣਿਆ ਸੀ। ਭਾਵੇਂ ਖੰਡੇ ਕੀ ਪਹੁਲ ਛਕ ਲਈ ਹੈ, ਪਰ ਅੰਦਰ ਜਿਹੜੀ ਬਿਰਤੀ ਹੈ ਉਹ ਤਾਂ ਮਾੜੀ ਹੈ। ਬਿਰਤੀ ਹੈ ਜਿਹੜੀ ਉਹ ਗੁਰੂ ਦੇ ਸਿਧਾਂਤ ਮੁਤਾਬਕ ਨਹੀਂ ਹੋਈ। ਤੇ ਲਾਲ ਸਿਉਂ ਹੈ ਜੋ ਇਹ 1832 ਈਸਵੀ ਦੇ ਵਿੱਚ ਇਸ ਦਾ ਇਹ ਲਾਹੌਰ ਦਰਬਾਰ ਦੇ ਵਿੱਚ ਆਇਆ ਹੋਇਆ। ਹੁਣ ਇੱਕ ਮੁੱਖ ਮੰਤਰੀ ਬਣ ਗਿਆ ਤੇ ਇੱਕ ਸੈਨਾਪਤੀ ਬਣ ਗਿਆ। ਦੋਵੇਂ ਗਦਾਰ ਨੇ। ਸਿੱਖ ਸਰਦਾਰਾਂ ਨੇ ਇਹਨਾਂ ਨੂੰ ਪਹਿਚਾਣਿਆ ਹੀ ਨਹੀਂ। ਕਿਉਂ ਨਹੀਂ ਪਹਿਚਾਣ ਸਕੇ? ਜੋ ਲਾਲ ਸਿਉਂ ਹੈ ਇਹ ਪਹਿਲਾਂ ਤਾਂ ਹੀਰਾ ਸਿਉਂ ਡੋਗਰੇ ਦੇ ਵੱਲ ਦਾ ਸੀ, ਪਰ ਜਦੋਂ ਮਹਾਰਾਣੀ ਜਿੰਦ ਕੌਰ ਨੂੰ ਜਲੀਲ ਕੀਤਾ ਗਿਆ, ਜਾਂ ਇਸ ਨੂੰ ਜਦੋਂ ਪਤਾ ਚੱਲ ਗਿਆ ਵੀ ਹੀਰਾ ਸਿਉਂ ਡੋਗਰੇ ਦਾ ਕਤਲ ਕੀਤਾ ਜਾਵੇਗਾ ਸਿੱਖ ਸਰਦਾਰਾਂ ਦੇ ਵੱਲੋਂ, ਫਿਰ ਇਹ ਮਹਾਰਾਣੀ ਜਿੰਦ ਕੌਰ ਦੇ ਪੱਖ ਤੇ ਹੋ ਗਿਆ, ਉਹਦੇ ਨਾਲ ਸਹਿਮਤ ਹੋ ਗਿਆ, ਉਹਦੇ ਪੱਖ ਤੇ ਹੋ ਗਿਆ, ਜਿਸ ਕਰਕੇ ਮਹਾਰਾਣੀ ਜਿੰਦ ਕੌਰ ਤੇ ਯਕੀਨ ਕਰਨ ਲੱਗ ਗਈ, ਵਿਸ਼ਵਾਸ ਜਿੱਤ ਲਿਆ। ਤੇ ਅੱਜ ਇਸ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਤੇ ਤੇਜਾ ਸਿਉਂ ਨੂੰ ਸੈਨਾਪਤੀ ਬਣਾਤਾ। ਹੁਣ ਇਹਨਾਂ ਨੇ ਵੀ ਗਦਾਰੀਆਂ ਕਰਨੀਆਂ, ਇਹਨਾਂ ਨੇ ਹੀ ਜੋ ਜੰਗਾਂ ਹੋਣੀਆਂ ਹੁਣ ਗੋਰਿਆਂ ਦੇ ਨਾਲ, ਉਹਨਾਂ ਦੇ ਵਿੱਚ ਜੇਕਰ ਹਾਰਨਗੇ ਸਿੱਖ ਤਾਂ ਉਹ ਇਹਨਾਂ ਦੀ ਵਜ੍ਹਾ ਕਰਕੇ ਹਾਰਨਗੇ। ਤੇ ਇਹ ਲਾਲ ਸਿਉਂ ਹੀ ਹੈ ਜਿਹੜਾ ਸ਼ਾਮ ਸਿੰਘ ਅਟਾਰੀ ਵਾਲੇ ਦਾ ਕਤਲ ਕਰਵਾਵੇਗਾ ਜੰਗ ਦੇ ਵਿੱਚ। ਇਹ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਵਿਚਾਰਾਂਗੇ। ਹੁਣ ਆਪਾਂ ਦੂਸਰਾ ਪੱਖ ਵਿਚਾਰਦੇ ਹਾਂ ਗੋਰਿਆਂ ਦਾ।
ਅੰਗਰੇਜ਼ ਹੈ ਜਿਹੜੇ ਉਹ ਬੜੇ ਲੰਬੇਰੇ ਸਮੇਂ ਤੋਂ ਸਿੱਖ ਰਾਜ ਦੇ ਉੱਪਰ ਨਜ਼ਰ ਰੱਖ ਰਹੇ ਹੈ। ਉਹ ਪਹਿਲਾਂ ਵੀ ਆਪਣੀਆਂ ਚਾਲਾਂ ਚੱਲ ਸਕਦੇ ਸੀ, ਉਪਰਾਲਾ ਕਰ ਸਕਦੇ ਸੀ ਸਿੱਖ ਰਾਜ ਨੂੰ ਆਪਣੇ ਵਿੱਚ ਮਿਲਾਉਣ ਦੇ ਲਈ, ਪਰ ਉਹ ਸਿਰਫ ਦੂਰ ਰਹਿ ਕੇ ਤਮਾਸ਼ਾ ਵੇਖਦੇ ਰਹੇ। ਕਿਉਂਕਿ ਜਿਹੜਾ ਕੰਮ ਅੰਗਰੇਜ਼ਾਂ ਨੇ ਕਰਨਾ ਸੀ ਉਹ ਕੰਮ ਲਾਹੌਰ ਦਰਬਾਰ ਦੇ ਵਿੱਚ ਆਪਣਿਆਂ ਨੇ ਆਪ ਹੀ ਕਰਤਾ, ਇੱਕ ਦੂਸਰੇ ਦਾ ਕਤਲ ਕਰ ਕਰਕੇ। ਜਾਂ ਧਿਆਨ ਸਿੰਘ ਡੋਗਰੇ ਵਰਗਿਆਂ ਨੇ, ਇਹਨਾਂ ਨੇ ਆਪਣੀਆਂ ਚਾਲਾਂ ਚੱਲ ਕੇ। ਹੁਣ ਜਦੋਂ ਮਹਾਰਾਜਾ ਦਲੀਪ ਸਿੰਘ ਤਖਤ ਦੇ ਉੱਪਰ ਬੈਠਾ ਮਾਸੂਮ ਬੱਚਾ, ਜਵਾਹਰ ਸਿੰਘ ਦਾ ਕਤਲ ਹੋ ਗਿਆ, ਮਹਾਰਾਣੀ ਜਿੰਦ ਕੌਰ ਹੈ, ਤੇ ਅੰਗਰੇਜ਼ਾਂ ਦੀ ਨਜ਼ਰ ਹੈ ਸਾਰੇ ਇਸ ਬਿਰਤਾਂਤ ਦੇ ਉੱਪਰ। ਇੱਕ ਅੰਗਰੇਜ਼ ਹੈ ਲਾਰਡ ਵੈਲਿੰਗਟਨ ਤੇ ਇੱਕ ਅੰਗਰੇਜ਼ ਹੈ ਐਲਨ ਬਰੋ। ਐਲਨ ਬਰੋ ਲਾਰਡ ਵੈਲਿੰਗਟਨ ਨੂੰ ਇੱਕ ਚਿੱਠੀ ਲਿਖਦਾ ਹੈ। ਉਸ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਹੈ ਵੀ ਹੁਣ ਆਪਣੇ ਕੋਲ ਸਮਾਂ, ਆਪਾਂ ਸਿੱਖ ਰਾਜ ਦੇ ਉੱਪਰ ਆਪਣਾ ਕਬਜ਼ਾ ਕਰ ਸਕਦੇ ਹਾਂ, ਕਿਉਂਕਿ ਤਕਰੀਬਨ ਲਾਹੌਰ ਦਰਬਾਰ ਦੇ ਵਿੱਚ ਜਿੰਨੇ ਪਰਿਵਾਰ ਦੇ ਮੈਂਬਰ ਹੈ ਜਾਂ ਬਾਕੀ ਸੀ ਉਹ ਆਪਸ ਦੇ ਵਿੱਚ ਹੀ ਇੱਕ ਦੂਸਰੇ ਦਾ ਕਤਲ ਕਰਕੇ ਖਤਮ ਹੋ ਗਏ ਹੈ। ਹੁਣ ਸਾਨੂੰ ਆਪਣੀ ਚਾਲ ਚੱਲਣੀ ਚਾਹੀਦੀ ਹੈ। ਤੇ ਦੂਸਰੀ ਚਿੱਠੀ, ਮੈਂ 3 ਚਿੱਠੀਆਂ ਦਾ ਜ਼ਿਕਰ ਕਰਨਾ ਹੈ। ਦੂਸਰੀ ਚਿੱਠੀ ਹੈ ਉਹ ਇੱਕ ਅੰਗਰੇਜ਼ ਹੋਇਆ ਲਾਰੈਂਸ। ਜਦੋਂ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਅੰਮ੍ਰਿਤਸਰ ਦੇ ਵਿੱਚ ਇੱਕ ਲਾਰੈਂਸ ਬਾਜ਼ਾਰ ਹੈ, ਬਾਜ਼ਾਰ ਦਾ ਨਾਮ ਲਾਰੈਂਸ ਹੈ। ਇਹ ਜਦੋਂ ਅੰਗਰੇਜ਼ਾਂ ਦਾ ਰਾਜ ਹੋ ਗਿਆ ਬਾਅਦ ਦੇ ਵਿੱਚ ਉਸ ਬਾਜ਼ਾਰ ਦਾ ਨਾਮ ਰੱਖਿਆ ਗਿਆ। ਇਹ ਲਾਰੈਂਸ ਦੇ ਘਰ ਵਾਲੀ ਆਪਣੀ ਕਿਸੇ, ਜੋ ਇਹਦੀ ਕੋਈ ਮਿੱਤਰ ਹੈਗੀ ਇੰਗਲੈਂਡ ਦੇ ਵਿੱਚ ਰਹਿੰਦੀ ਹੈ ਕੋਈ ਔਰਤ, ਉਹਨੂੰ ਇੱਕ ਚਿੱਠੀ ਲਿਖਦੀ ਹੈ। ਉਹਦੇ ਵਿੱਚ ਜ਼ਿਕਰ ਕੀਤਾ ਹੈ ਵੀ ਅਸੀਂ ਇੱਥੇ ਰਹਿ ਰਹੇ ਹਾਂ ਇੰਡੀਆ ਦੇ ਵਿੱਚ। ਇਹ ਲੁਧਿਆਣੇ ਵਾਲੀ ਸਾਈਡ ਵੱਲ ਰਹਿੰਦੇ ਸੀ ਤੇ ਇੱਥੇ ਸਮਾਂ ਜਿਹੜਾ ਇਹ ਚਿੱਠੀਆਂ ਦਾ, ਇਹ ਤਕਰੀਬਨ 1845 ਈਸਵੀ ਦੀਆਂ ਚਿੱਠੀਆਂ ਨੇ। 1845 ਈਸਵੀ ਦੀਆਂ ਚਿੱਠੀਆਂ ਦੇ ਵਿੱਚ ਜ਼ਿਕਰ ਹੈ ਜਿਹੜੀਆਂ ਇੰਗਲੈਂਡ ਦੀਆਂ ਲਾਇਬ੍ਰੇਰੀਆਂ ਦੇ ਵਿੱਚ ਸੰਭਾਲ ਕੇ ਰੱਖੀਆਂ ਹੋਈਆਂ। ਉਹਦੇ ਵਿੱਚ ਜ਼ਿਕਰ ਕੀਤਾ ਵੀ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਅਸੀਂ ਪੰਜਾਬ ਦੇ ਉੱਪਰ ਕਬਜ਼ਾ ਕਰ ਲੈਣਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ। ਉਹਦੇ ਵਿੱਚ ਉਹਨੇ ਆਪਣੀ ਫਰੈਂਡ ਨੂੰ ਦੱਸਿਆ, ਜ਼ਿਕਰ ਕੀਤਾ। ਇਹ ਇੱਕ ਜ਼ਿਕਰ ਕੀਤਾ ਗਿਆ। ਇਹ ਚਿੱਠੀ ਲਿਖੀ ਗਈ ਇੱਕ ਐਲਨ ਬਰੋ ਵੱਲੋਂ ਲਿਖੀ ਗਈ ਹੈ ਵੀ ਆਪਾਂ ਨੂੰ ਹੁਣ ਕੋਈ ਚਾਲ ਚੱਲਣੀ ਚਾਹੀਦੀ ਹੈ। ਉਦੋਂ ਉਸ ਚਿੱਠੀ ਦੇ ਜਵਾਬ ਦੇ ਵਿੱਚ ਲਾਰਡ ਵੈਲਿੰਗਟਨ ਲਿਖਦਾ ਹੈ ਵੀ ਸਾਡਾ ਸਾਰਾ ਧਿਆਨ ਹੈ, ਅਸੀਂ ਆਪਣੀ ਨਜ਼ਰ ਟਿਕਾਈ ਹੋਈ ਹੈ ਸਿੱਖ ਰਾਜ ਦੇ ਉੱਪਰ। ਸਿੱਖ ਰਾਜ ਦੇ ਵਿੱਚ ਜਿਹੜੇ ਉੱਚੇ ਅਹੁਦਿਆਂ 'ਤੇ ਬੈਠੇ ਆ ਉਹ ਵੀ ਗਦਾਰ ਨੇ, ਉਹਨਾਂ ਨਾਲ ਵੀ ਸਾਡੀ ਗੱਲਬਾਤ ਹੋ ਗਈ ਹੈ ਤੇ ਅਸੀਂ ਆਪਣੇ ਵੱਲੋਂ ਤਿਆਰੀ ਵੀ ਕਰ ਰਹੇ ਹਾਂ। ਸਮਾਂ ਸੁਖਾਵਾਂ ਵੇਖ ਕੇ ਸਿੱਖ ਰਾਜ ਨੂੰ ਆਪਣੇ ਵਿੱਚ ਮਿਲਾ ਲਿਆ ਜਾਵੇਗਾ, ਤੁਹਾਨੂੰ ਹਜੇ ਕੁਝ ਸਮਾਂ ਰੁਕਣਾ ਚਾਹੀਦਾ। ਇਹਨੇ ਜਵਾਬ ਲਿਖਿਆ ਸੀ ਐਲਨ ਬਰੋ ਨੂੰ। 1809 ਈਸਵੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੰਧੀ ਹੋਈ ਸੀ ਅੰਗਰੇਜ਼ਾਂ ਦੀ। ਉਹ ਸੰਧੀ ਦੇ ਵਿੱਚ ਫੈਸਲਾ ਇਹ ਹੋਇਆ ਸੀ ਵੀ ਜੋ ਸਤਲੁਜ ਦਰਿਆ ਹੈ ਉਹ ਆਪਣੀ ਹੱਦ ਹੈ, ਲੁਧਿਆਣੇ ਵਾਲੇ ਪਾਸੇ ਅੰਗਰੇਜ਼ ਰਹਿਣਗੇ, ਉਹ ਸਤਲੁਜ ਨੂੰ ਪਾਰ ਨਹੀਂ ਕਰਨਗੇ, ਤੇ ਨਾ ਮਹਾਰਾਜਾ ਰਣਜੀਤ ਸਿੰਘ ਨੇ ਸਤਲੁਜ ਪਾਰ ਕਰਕੇ ਲੁਧਿਆਣੇ ਵਾਲੇ ਪਾਸੇ ਜਾਣਾ। ਅਸੀਂ ਇੱਧਰ ਨਹੀਂ ਆਵਾਂਗੇ ਲਾਹੌਰ ਵੱਲ ਨੂੰ, ਅੰਮ੍ਰਿਤਸਰ ਵੱਲ ਨੂੰ, ਤੁਸੀਂ ਸਾਡੇ ਵੱਲ ਨਹੀਂ ਆਉਣਾ। ਇਹ ਹੱਦ ਮੰਨ ਲਈ ਸੀ ਸਤਲੁਜ ਦਰਿਆ ਨੂੰ। ਤੇ ਇੱਕ ਫੈਸਲਾ ਇਹ ਹੋਇਆ ਸੀ ਵੀ ਲੁਧਿਆਣੇ ਦੇ ਵਿੱਚ ਜਿਹੜੀ ਅੰਗਰੇਜ਼ਾਂ ਦੀ ਫੌਜ ਹੈ ਉਹ ਸਿਰਫ 2500 ਰਹੇਗੀ, ਹੱਦ ਦੇ ਉੱਪਰ 2500 ਫੌਜ ਹੀ ਰਹੇਗੀ। ਪਰ ਹੁਣ ਇਹਨਾਂ ਨੇ ਕੀ ਕੀਤਾ, ਇੱਕ ਆਕਲੈਂਡ ਅੰਗਰੇਜ਼ ਹੈ, ਇਹ ਫੌਜ ਦਾ ਬੰਦਾ ਹੈ, ਇਹਨੇ ਆਉਣ ਸਾਰ ਕੀ ਕੀਤਾ 8000 ਗਿਣਤੀ ਕਰ ਦਿੱਤੀ ਫੌਜ ਦੀ। ਜਿਹੜਾ ਸਮਝੌਤਾ ਹੋਇਆ ਸੀ 2500 ਤੋਂ ਜ਼ਿਆਦਾ ਤੁਸੀਂ ਫੌਜ ਨਹੀਂ ਰੱਖ ਸਕਦੇ, ਇਹਨੇ 8000 ਫੌਜ ਦੀ ਗਿਣਤੀ ਕਰ ਦਿੱਤੀ। ਕਿਉਂਕਿ ਹੁਣ ਇਹਨਾਂ ਨੇ ਚਾਲ ਚੱਲਣੀ ਹੈ ਨਾ, ਰਾਜ ਨੂੰ ਵਿੱਚ ਮਿਲਾਉਣਾ ਹੈ ਸਿੱਖ ਰਾਜ ਨੂੰ। ਇਹ ਤੋਂ ਬਾਅਦ ਇੱਕ ਹੋਰ
ਜੋ ਗੋਰਾ ਹੈ ਅੰਗਰੇਜ਼ ਹੈ, ਉਹ ਵੀ ਫੌਜ ਦਾ ਹੈਗਾ, ਹਾਰਡਿੰਗ, ਜਦੋਂ ਉਹ ਆਇਆ ਉਹਨੇ ਇਹ ਫੌਜ ਦੀ ਗਿਣਤੀ ਵਧਾ ਕੇ 32,000 ਕਰ ਦਿੱਤੀ ਹੈ। ਇਹਨਾਂ ਨੇ 32,000 ਦੀ ਫੌਜ ਇਕੱਠੀ ਕਰ ਲਈ ਹੈ ਹੱਦ ਤੇ ਆਪਣੇ ਵੱਲੋਂ ਇਹਨਾਂ ਨੇ ਧਿਆਨ ਵੀ ਰੱਖਿਆ ਹੋਇਆ। ਲਾਲ ਸਿਉਂ ਤੇ ਤੇਜਾ ਸਿਉਂ ਦੋਵੇਂ ਗਦਾਰ ਨੇ, ਅੰਗਰੇਜ਼ਾਂ ਦੇ ਨਾਲ ਰਲੇ ਹੋਏ ਹੈ। ਗੁਲਾਬ ਸਿਉਂ ਨੇ ਜਾ ਕੇ ਵੀ ਭੇਤ ਦੇ ਦਿੱਤਾ ਲਾਹੌਰ ਦਰਬਾਰ ਦੇ ਵਿੱਚ ਕੀ ਕੁਝ ਹੋ ਰਿਹਾ, ਤੇ ਅੰਗਰੇਜ਼ ਹੁਣ ਆਪਣੀਆਂ ਚਾਲਾਂ ਚੱਲਣਗੇ। ਉਹ ਪਹਿਲਾਂ ਵੀ ਚੱਲ ਸਕਦੇ ਸੀ ਪਰ ਉਹਨਾਂ ਨੂੰ ਲੋੜ ਨਹੀਂ ਪਈ, ਕਿਉਂਕਿ ਜਿਹੜਾ ਕੰਮ ਉਹਨਾਂ ਨੇ ਕਰਨਾ ਸੀ ਉਹ ਆਪਣਿਆਂ ਨਹੀਂ ਕਰ ਦਿੱਤਾ। ਉਹਨਾਂ ਦਾ ਕੰਮ ਤਖਤ ਦੇ ਉੱਪਰ ਬੈਠਣ ਦੇ ਲਈ ਜਾਂ ਤਖਤ ਨੂੰ ਜਾਂ ਰਾਜ ਨੂੰ ਆਪਣੇ ਵਿੱਚ ਮਿਲਾਉਣ ਦੇ ਲਈ ਜੋ ਕੁਝ ਉਹਨਾਂ ਨੇ ਕਰਨਾ ਸੀ ਉਹਨਾਂ ਨੂੰ ਕਰਨ ਦੀ ਲੋੜ ਹੀ ਨਹੀਂ ਪਈ। ਕਿਉਂਕਿ ਆਪਾਂ ਵੇਖ ਸਕਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਪੁੱਤਰ ਸੀ, ਜਾਂ ਸੰਧੇ ਵਾਲੀਏ ਜਾਂ ਧਿਆਨ ਸਿਉਂ ਡੋਗਰਾ, ਹੀਰਾ ਸਿਉਂ ਡੋਗਰਾ, ਕਿਵੇਂ ਆਪਸ ਦੇ ਵਿੱਚ ਹੀ ਤਖਤ ਦੇ ਲਾਲਚ ਦੇ ਲਈ ਵੀ ਸਾਨੂੰ ਮਿਲ ਜੇ ਇੱਕ ਦੂਸਰੇ ਦਾ ਕਤਲ ਕਰੀ ਗਏ। ਤੇ ਅੰਗਰੇਜ਼ ਆ ਜਿਹੜੇ ਉਹ ਬੈਠ ਕੇ ਤਮਾਸ਼ਾ ਵੇਖਦੇ ਰਹੇ। 1832 ਈਸਵੀ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਦਾ ਵਿਆਹ ਹੋਇਆ ਸੀ, ਉਦੋਂ ਵੀ ਇੱਕ ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਨੇ ਵਿਆਹ ਦੇ ਵਿੱਚ ਬੁਲਾਇਆ ਸੀ। ਉਹ ਆਇਆ ਤਾਂ ਵਿਆਹ ਦੇ ਬਹਾਨੇ ਸੀਗਾ ਵੀ ਵਿਆਹ ਦੇ ਵਿੱਚ ਆਇਆ, ਪਰ ਉਹ ਉਦੋਂ ਵੀ ਬਹੁਤ ਕੁਝ ਨੋਟ ਕਰਕੇ ਲੈ ਕੇ ਗਿਆ ਸੀ। ਲਾਹੌਰ ਦਰਬਾਰ ਦੇ ਵਿੱਚ ਉਹ ਕਈ ਦਿਨ ਰਿਹਾ, ਉਹ ਵੀ ਕਈ ਭੇਤ ਇਕੱਠੇ ਕਰਕੇ ਲੈ ਕੇ ਗਿਆ ਸੀ, ਉਹਨੂੰ ਵੀ ਸਮਝ ਨਹੀਂ ਸਕੇ ਸਿੱਖ। ਸੋ ਅਗਲੀਆਂ ਵਿਚਾਰਾਂ ਆਪਾਂ ਕੱਲ੍ਹ ਨੂੰ ਕਰਾਂਗੇ। ਸਮੇਂ ਦੀ ਸਮਾਪਤੀ ਹੈ। ਆਪ ਸਰਬੱਤ ਸੰਗਤਾਂ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।